ऑनरेबल सुप्रीम कोर्ट ने मेरे उत्ते लाई और मेरे ते विश्वास प्रगट किया। ਉਹਦੇ 'ਚ ਇੱਕ ਸੀ ਕਿ ਮੈਂ ਜਿਹੜੀਆਂ ਫਾਰਮਰਸ ਬੋਡੀਜ਼ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਕੋਈ ਨਾ ਕੁਝ ਹੱਲ ਕਿਸੇ ਤਰੀਕੇ ਨਾਲ ਨਿਕਲਦਾ ਹੋਵੇ ਤੇ ਗੱਲ ਕਰੀਏ। ਕਿਸਾਨ ਆਰਗੇਨਾਈਜੇਸ਼ਨ ਨੇ ਜਿਹੜੇ ਜਦੋਜਹਿਦ ਵਿੱਚ ਨੇ, ਐਜੀਟੇਸ਼ਨ ਚੱਲ ਰਹੀ ਹੈ, ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਇਸ ਕਮੇਟੀ ਕੋਲ ਨਹੀਂ ਜਾਣਾ ਤੇ ਇਸ ਕਮੇਟੀ ਦਾ ਵੈਸੇ ਹੀ ਪਰਪਸ ਖਤਮ ਹੋ ਜਾਂਦਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ ਅਤੇ ਸਾਡੇ ਸਾਰੇ ਉਹਨਾਂ ਸਰੋਤਿਆਂ ਦਾ ਜਿਹੜੇ ਸਾਨੂੰ ਰੈਡ FM ਤੇ ਸੁਣਦੇ ਨੇ। ਮੈਂ ਮਨਪ੍ਰੀਤ ਰੰਧਾਵਾ, ਇਸ ਟਾਈਮ ਅਸੀਂ ਮੋਹਾਲੀ ਹਾਂ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭੁਪਿੰਦਰ ਸਿੰਘ ਮਾਨ ਹੋਣਾ ਨਾਲ। ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਵੱਲੋਂ ਇੱਕ ਪੈਨਲ ਬਣਾਇਆ ਗਿਆ ਸੀ 4 ਮੈਂਬਰੀ, ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਬਹੁਤ ਲੋਕੀ ਜਿਹੜੇ ਆ ਉਹ ਹੈਰਾਨ ਹੋ ਗਏ ਔਰ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਉੱਠੀਆਂ। ਉਹਨਾਂ ਦੀ ਚਿੱਠੀ ਵੀ ਚੱਲੀ, ਜਿਹੜਾ ਉਹਨਾਂ ਨੇ 1 ਪੇਜ ਦਾ ਰੈਜ਼ੀਗਨੇਸ਼ਨ ਦਿੱਤਾ ਸੀ ਸੁਪਰੀਮ ਕੋਰਟ ਦਾ, ਉਹ 'ਚ ਉਹਨਾਂ ਨੇ ਧੰਨਵਾਦ ਵੀ ਕੀਤਾ ਸੀ। ਆਓ ਇਹਨਾਂ ਸਾਰੀਆਂ ਗੱਲਾਂ ਬਾਤਾਂ ਬਾਰੇ ਆਪਾਂ ਉਹਨਾਂ ਤੋਂ ਹੀ ਜਾਣਦੇ ਆ ਕਿ ਕਿਉਂ ਉਹਨਾਂ ਨੇ ਰੈਜ਼ੀਗਨੇਸ਼ਨ ਦਿੱਤਾ, ਕੀ ਉਹਨਾਂ ਨੂੰ ਲੋੜ ਪੈਗੀ ਤੇ ਇਸ ਟਾਈਮ ਉਹਨਾਂ ਦਾ ਕੀ ਸਟੈਂਡ ਆ। ਸਵਾਗਤ ਹੈ ਤੁਹਾਡਾ ਭੁਪਿੰਦਰ ਸਿੰਘ ਮਾਨ ਜੀ, ਦੇਸ਼ ਪ੍ਰਦੇਸ਼ ਟੀਵੀ ਦੇ। ਸਾਨੂੰ ਇਹ ਦੱਸੋ ਕਿ ਤੁਹਾਨੂੰ ਕੱਲ੍ਹ ਜਿਹੜਾ ਰੈਜ਼ੀਗਨੇਸ਼ਨ ਤੁਸੀਂ ਦਿੱਤਾ ਇਸ ਪੈਨਲ ਤੋਂ, ਇਹਦੀ ਜ਼ਰੂਰਤ ਕਿਉਂ ਪਈ? ਇਸ ਕਰਕੇ ਕਿ ਜਿਹੜੀ ਜ਼ਿੰਮੇਵਾਰੀ ऑनरेबल सुप्रीम कोर्ट ने मेरे उत्ते लाई और मेरे ते विश्वास प्रगट किया, ਉਹਦੇ 'ਚ ਇੱਕ ਸੀ ਕਿ ਮੈਂ ਜਿਹੜੀਆਂ ਫਾਰਮਰਸ ਬੋਡੀਜ਼ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਕੋਈ ਨਾ ਕੁਝ ਹੱਲ ਕਿਸੇ ਤਰੀਕੇ ਨਾਲ ਨਿਕਲਦਾ ਹੋਵੇ ਤੇ ਗੱਲ ਕਰੀਏ ਤੇ ਸੁਪਰੀਮ ਕੋਰਟ ਨੂੰ ਉਹਦੇ ਬਾਰੇ ਆਪਣਾ ਵਿਚਾਰ ਦਈਏ। ਇਹ ਉਸ ਪੈਨਲ ਦਾ ਜ਼ਿੰਮੇਵਾਰੀ ਸੀ। ਲੇਕਿਨ ਜਦੋਂ ਇਹ ਅਨਾਊਂਸ ਹੋਇਆ 12 ਤਰੀਕ ਨੂੰ, ਜਿਹਦੇ 'ਚੋਂ ਕਾਫੀ ਇਸ ਤਰ੍ਹਾਂ ਦੀ ਵੀ ਗੱਲ ਹੋਈ ਕਿ ਨਾਂ ਦੀ ਕਨਫਿਊਜ਼ਨ ਸੀ ਬੜੀ। ਮੈਨੂੰ ਕੁਝ ਮਿੱਤਰਾਂ ਨੇ ਆਖਿਆ ਕਿ ਤੇਰਾ ਨਾਂ ਹੈ, ਉਹ ਨਾਂ ਹੈ, ਲੇਕਿਨ ਨਾਂ ਗਲਤ ਬੋਲਦੇ ਸੀ। ਅਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਹਿ ਰਿਹਾ ਸਾਂ ਕਿ ਜਿੰਨਾ ਚਿਰ ਭਾਈ ਮੈਂ ਐਕਚੁਅਲ ਮੇਰੇ ਕੋਲ ਆਉਂਦਾ ਨਹੀਂ ਆਰਡਰ, ਇਹਦਾ ਹਵਾ ਦੇ ਵਿੱਚੋਂ ਤਾਂ ਨਹੀਂ ਕੋਈ ਗੱਲ ਹੁੰਦੀ, ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ, ਬਣਦੀ ਨਹੀਂ ਗੱਲ ਕਰਨੀ। ਇਸ ਕਰਕੇ ਮੈਂ ਕੋਈ ਗੱਲ ਕੀਤੀ ਨਾ। ਇਹ 12 ਤੋਂ ਫਿਰ ਮੈਂ ਨਹੀਂ ਸੀ ਚਾਹੁੰਦਾ ਵੀ ਮਿੱਤਰਾਂ ਨੂੰ, ਮੀਡੀਆ ਵਾਲਿਆਂ ਨੂੰ ਕੋਈ ਅੰਬੈਰਸਮੈਂਟ ਹੋਵੇ, ਮੈਂ ਘੜੀ ਮੁੜੀ ਉਹਨਾਂ ਨੂੰ ਆਖਾਂ ਕਿ ਨਹੀਂ ਮੈਂ ਹਾਲੀ ਆਇਆ ਨਹੀਂ। ਮੈਂ ਫੋਨ ਬੰਦ ਕਰ ਦਿੱਤਾ ਸੀ। 14 ਤਰੀਕ ਨੂੰ, ਕੱਲ੍ਹ, ਅੱਜ ਤੋਂ ਤਕਰੀਬਨ ਬਸ ਉਹੀ ਟਾਈਮ ਹੈ, ਕੱਲ੍ਹ 14 ਤਰੀਕ ਨੂੰ ਮੈਨੂੰ ਓਫੀਸ਼ੀਅਲ ਇਹ ਲੈਟਰ ਆਈ ਸੁਪਰੀਮ ਕੋਰਟ ਵੱਲੋਂ ਜੀ। ਆਹ ਜਿਹੜੀ ਉਹ ਲੈਟਰ ਹੈ ਜੀ, ਇਹ ਲੈਟਰ ਹੈ ਕੱਲ੍ਹ ਮੈਨੂੰ 14/1 ਨੂੰ ਮੈਂ ਰਿਸੀਵ ਕੀਤੀ ਐਟ 12 PM। ਅੱਛਾ, 12 ਵਜੇ ਕੱਲ੍ਹ ਦੁਪਹਿਰੇ ਤੁਹਾਨੂੰ ਚਿੱਠੀ ਮਿਲੀ? 12 ਵਜੇ ਮੈਨੂੰ ਚਿੱਠੀ ਮਿਲੀ। ਕਿਸ ਐਡਰੈਸ 'ਤੇ ਆਈ ਸੀ? ਇੱਥੇ ਜੀ, ਇੱਥੇ ਮੋਹਾਲੀ ਜੀ, ਇੱਥੇ ਆਈ ਹੈ। ਇਹ ਪਰਸਨਲ ਆਈ ਆ ਕੇ ਬੰਦਾ ਆਪ ਦੇ ਕੇ ਗਿਆ ਜੀ। ਅਤੇ ਇਹ ਜਦੋਂ ਮੇਰੇ ਕੋਲ ਚਿੱਠੀ ਆਈ, ਮੈਂ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਇਸ ਕਮੇਟੀ 'ਚ ਨਹੀਂ ਰਹਿਣਾ ਜੀ, ਕਿਉਂਕਿ ਇਸ ਕਮੇਟੀ ਵਿੱਚ ਨਾ ਰਹਿਣ ਦੇ ਕਾਰਨ ਇਹ ਸੀ। ਇੱਕ ਮਿੰਟ ਮਾਨ ਸਾਹਿਬ, ਤੁਹਾਨੂੰ ਪੁੱਛਣਾ, ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਇਸ ਕਮੇਟੀ 'ਚ ਨਹੀਂ ਰਹਿਣਾ? ਹਾਂਜੀ, ਮੈਨੂੰ ਇਸ ਕਰਕੇ ਮੈਂ ਮਨ ਬਣਾਇਆ ਹੋਇਆ ਸੀ। ਅੱਛਾ, ਓਕੇ, ਮਨ ਬਣਾਇਆ ਸੀ, ਲੇਕਿਨ ਮੇਰੇ ਕੋਲ ਓਫੀਸ਼ਲੀ ਆਵੇ ਤਾਂ ਸਹੀ ਪਹਿਲਾਂ। ਅੱਛਾ, ਇਸ ਤੋਂ ਪਹਿਲਾਂ ਕਿ ਤੁਹਾਡੇ ਕੋਲ ਅਫੀਸ਼ੀਅਲੀ ਇਹ ਚੀਜ਼ ਆਉਂਦੀ, ਕਿਉਂਕਿ ਤੁਹਾਡੇ ਕੋਲੇ ਅਧਿਕਾਰਿਕ ਤੌਰ ਤੇ ਨਹੀਂ ਆਈ ਸੀ, ਲੇਕਿਨ ਜੇ ਆਉਂਦੀ ਤਾਂ ਤੁਸੀਂ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਕਿ ਤੁਸੀਂ ਇਹਦੇ ਨਾਲ ਨਹੀਂ ਜੁੜਨਾ। ਉਹਦੀ ਵਜ੍ਹਾ ਇਹ ਸੀ ਕਿ ਜਿੰਨੀਆਂ ਕਿਸਾਨ ਆਰਗੇਨਾਈਜੇਸ਼ਨ ਨੇ ਜਿਹੜੇ ਜਦੋਜਹਿਦ ਵਿੱਚ ਨੇ, ਐਜੀਟੇਸ਼ਨ ਚੱਲ ਰਹੀ ਹੈ, ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਇਸ ਕਮੇਟੀ ਕੋਲ ਨਹੀਂ ਜਾਣਾ। ਓਕੇ, ਅਤੇ ਇਸ ਕਮੇਟੀ ਦਾ ਵੈਸੇ ਹੀ ਪਰਪਸ ਖਤਮ ਹੋ ਜਾਂਦਾ, ਮੈਂ ਸਮਝਦਾ ਸਾਂ। ਅਤੇ ਇਸ ਕਰਕੇ ਮੈਨੂੰ ਇਹ ਸੀ ਵੀ ਮੈਂ ਪਹਿਲਾਂ ਤਾਂ ਇਹਦੇ 'ਤੇ ਕੋਈ ਕਮੈਂਟ ਕਰ ਨਹੀਂ ਸਕਦਾ, ਕਿਉਂਕਿ ਜਿੰਨਾ ਚਿਰ ਮੇਰੇ ਕੋਲ ਅਧਿਕਾਰਤ ਕੁਝ ਨਹੀਂ ਆਉਂਦਾ। ਜਦੋਂ ਮੇਰੇ ਕੋਲ ਅਧਿਕਾਰਤ 12 ਵਜੇ ਆਇਆ, ਫਿਰ ਮੇਰੇ 'ਤੇ ਇੱਕ ਨੈਤਿਕ ਜ਼ਿੰਮੇਵਾਰੀ ਮੈਨੂੰ ਲੱਗਦਾ ਸੀ ਹੈ ਕਿ ਮੇਰੇ 'ਤੇ ਔਨਰੇਬਲ ਸੁਪਰੀਮ ਕੋਰਟ ਨੇ, ਚੀਫ ਜਸਟਿਸ ਆਫ ਇੰਡੀਆ ਨੇ ਵਿਸ਼ਵਾਸ ਪ੍ਰਗਟ ਕੀਤਾ, ਇੱਕ ਜ਼ਿੰਮੇਵਾਰੀ ਪਾਈ ਹੈ, ਅਤੇ ਮੈਂ ਉਹਨਾਂ ਨਾਲ ਗੱਲ ਜ਼ਰੂਰ ਕਰਨੀ ਮੈਂ ਚਾਹਾਂਗਾ। ਇਹ ਫੈਸਲਾ
ਇਹ ਕਰਨ ਤੋਂ ਪਹਿਲਾਂ ਜੀ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਤਾਲਮੇਲ ਕਰਨ ਦੀ। ਮੈਂ ਕੁਝ ਦੇਰ ਬਾਅਦ ਮੈਂ ਸਫਲ ਹੋ ਗਿਆ। ਓਕੇ ਮੇਰੀ ਗੱਲ ਹੋਈ ਚੀਫ ਜਸਟਿਸ ਆਫ ਇੰਡੀਆ ਨਾਲ। ਅੱਛਾ ਤੁਹਾਡੀ ਫੋਨ ਤੇ ਗੱਲ ਹੋਈ? ਜੀ ਹੋਈ। ਅੱਛਾ ਮੈਂ ਉਹਨਾਂ ਨੂੰ ਆਪਣੀ ਪੋਜੀਸ਼ਨ ਦੱਸੀ ਕਿ ਮੈਂ ਇਸ ਕਮੇਟੀ 'ਚ ਨਹੀਂ ਰਹਿਣਾ ਚਾਹੁੰਦਾ। ਓਕੇ ਔਰ ਉਹਦੀਆਂ ਰੀਜ਼ਨਸ ਮੈਂ ਦੱਸੀਆਂ ਉਹਨਾਂ ਨੂੰ, ਤੁਸੀਂ ਸਾਰੀਆਂ ਰੀਜ਼ਨਸ ਦੱਸੀਆਂ ਵੀ ਮੈਂ ਨਹੀਂ ਰਹਿਣਾ ਚਾਹੁੰਦਾ ਇਹਦੇ 'ਚ। ਪ੍ਰਾਇਮਰੀ ਰੀਜ਼ਨ ਤੁਸੀਂ ਉਹਨਾਂ ਨੂੰ ਕੀ ਦਿੱਤਾ ਕਿ ਤੁਹਾਡਾ ਕੀ ਮੇਨ ਕੀ ਕਾਰਨ ਸੀ ਕਿ ਤੁਸੀਂ ਕਿਹਾ ਮੈਂ ਨਹੀਂ ਰਹਿਣਾ ਚਾਹੁੰਦਾ? 3 ਜੀ ਨੰਬਰ 1 ਕਿ ਮੇਰਾ ਆਪਣਾ ਮੇਰੀਆਂ ਭਾਵਨਾ। ਜੀ ਨੰਬਰ 2 ਮੇਰੇ ਫਾਰਮਰਸ ਪਰਿਵਾਰ ਦੀਆਂ ਭਾਵਨਾ। ਜੀ ਨੰਬਰ 3 ਉਹ ਭਾਵਨਾਵਾਂ ਜਿਹੜੀਆਂ ਉੱਥੇ ਸੰਘਰਸ਼ ਕਰ ਰਹੇ, ਜਦੋਜਹਿਦ ਕਰ ਰਹੇ ਨੇ, ਉਹਨਾਂ ਦੀਆਂ ਭਾਵਨਾਵਾਂ ਕਿ ਉਹ ਆਉਂਦੇ ਨੇ ਅਸੀਂ ਤੇ ਸਾਹਮਣੇ ਆਉਣਾ ਹੀ ਨਹੀਂ। ਦੇਖੋ ਨਾ ਜੀ ਇਹ ਚੀਜ਼ਾਂ ਸਾਹਮਣੇ ਕਰਕੇ ਤੇ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਖਿਮਾ ਚਾਹਾਂਗਾ, ਮੈਂ ਖਿਮਾ ਜਾਚਨਾ ਉਹਨਾਂ ਕੋਲੋਂ ਕੀਤੀ। ਜੀ ਤੇ ਇਹ ਦੱਸ ਕੇ ਉਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਇਹ ਲਿਖ ਕੇ ਦੱਸਣਾ ਚਾਹਿਆ। ਜਦੋਂ ਇਹ ਤੁਸੀਂ ਗੱਲ ਕਰ ਰਹੇ ਸੀ ਕਿਤੇ ਐਸਏ ਬੋਬਡੇ ਸਾਹਿਬ ਜਿਹੜੇ ਚੀਫ ਜਸਟਿਸ ਆਫ ਇੰਡੀਆ, ਕਿਤੇ ਉਹਨਾਂ ਨੇ ਥੋੜਾ ਇਨਸਿਸਟ ਕੀਤਾ ਕਿ ਨਹੀਂ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀ ਪੈਨਲ ਦੀ ਵਿਸ਼ਵਸਨੀयता ਜਾਂ ਇਸ ਦਾ ਜਿਹੜਾ ਟਰਸਟ ਉਹ ਬਣਿਆ ਰਹੇ? ਠੀਕ ਹੈ ਲੇਕਿਨ ਹੈ ਸੀ, ਲੇਕਿਨ ਮੈਂ ਉਹਨਾਂ ਨੂੰ ਜਦੋਂ ਦੱਸਿਆ ਤੇ ਉਹਨਾਂ ਨੇ ਸਮਝਿਆ ਵੀ ਠੀਕ ਹੈ ਜਿਸ ਤਰ੍ਹਾਂ ਇੱਛਾ ਦੀ ਗੱਲ ਹੈ। ਕਿੰਨੇ ਕੁ ਮਿੰਟ ਤੁਹਾਡੀ ਗੱਲ ਹੋਈ ਜੀ? ਮੇਰਾ ਖਿਆਲ ਹੈ ਕਹਿ ਸਕਦਾ 2-3 ਮਿੰਟ ਤੇ ਬਹੁਤ ਚੀਫ ਜਸਟਿਸ ਸਾਹਿਬ ਨਾਲ ਮੇਰੀ ਲੰਬੀ ਕਿੰਨੀ ਕੁ ਗੱਲ ਹੋ ਸਕਦੀ ਹੈ ਜੀ। ਜੀ ਜੀ ਹੈਂ? ਤੇ ਉਸ ਤੋਂ ਬਾਅਦ ਮੈਂ ਫ੍ਰੀ ਹੋ ਗਿਆ। ਓਕੇ ਮੈਂ ਆਪਣਾ ਤੁਹਾਨੂੰ ਦੱਸਿਆ ਵੀ 12 ਤੋਂ ਹੀ ਆਪਣਾ ਫੋਨ ਬੰਦ ਕੀਤਾ ਹੋਇਆ ਸੀ। ਫਿਰ ਜਿਹੜਾ ਇਸ ਗੱਲ ਦੇ ਪ੍ਰੈਸ ਨੋਟ ਮੈਂ ਰਿਲੀਜ਼ ਕਰ ਦਿੱਤਾ। ਅੱਛਾ ਤੁਸੀਂ ਇਮੀਡੀਏਟਲੀ ਉਦੋਂ ਰਿਲੀਜ਼ ਕਰਤਾ? ਮੈਂ ਉਹ ਪੌਣੇ 2 ਵਜੇ, ਪੌਣੇ 2 ਵਜੇ ਕਿਉਂਕਿ 12 ਵਜੇ ਮੈਨੂੰ ਆਈ, ਅੱਧਾ ਘੰਟਾ ਪੌਣਾ ਘੰਟਾ ਚੀਫ ਜਸਟਿਸ ਨਾਲ ਗੱਲ ਕਰਦਿਆਂ ਲੱਗ ਗਿਆ। ਉਦੋਂ ਬਾਅਦ ਮੈਂ ਉਹ ਡਰਾਫਟ ਕਰਨਾ ਸੀ, ਡਰਾਫਟ ਕਰਕੇ ਤੇ ਮਾਨ ਸਾਹਿਬ ਇੱਕ ਗੱਲ ਉਹ 'ਚ ਇਹ ਆ ਰਹੀ ਸੀ ਕਿ ਜਿਸ ਟਾਈਮ ਤੁਹਾਡਾ ਰੈਜ਼ਿਗਨੇਸ਼ਨ ਆਉਂਦਾ ਉਸ ਟਾਈਮ ਤੁਹਾਨੂੰ ਯਾਦ ਆ ਕਿ ਤੁਹਾਡੀ ਇੱਕ ਪੰਜਾਬ ਦੀ ਇਕਾਈ ਆ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਦੀ ਜਿਹੜੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਉਹ ਵੀ ਕੋਈ ਮੀਟਿੰਗ ਕਰ ਰਹੇ ਸੀ। ਸਡਨਲੀ ਜਦੋਂ ਤੁਹਾਡਾ ਉਸੇ ਟਾਈਮ ਰੈਜ਼ਿਗਨੇਸ਼ਨ ਦਾ ਕਈਆਂ ਦਾ ਇਹ ਇੰਟਰਪ੍ਰੀਟੇਸ਼ਨ ਹੈ ਕਿ ਸ਼ਾਇਦ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਸੀ ਕਿ ਸ਼ਾਇਦ ਮੈਨੂੰ ਇਸ ਯੂਨੀਅਨ ਤੋਂ ਕੋਈ ਵੱਖਰਾ ਨਾ ਕਰ ਦੇਣ। ਇਸ ਤਰ੍ਹਾਂ ਦੀ ਕੋਈ ਗੱਲ ਸੀ? ਨਹੀਂ ਨਹੀਂ ਨਹੀਂ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ, ਬਿਲਕੁਲ ਇੱਦਾਂ ਦੀ ਕੋਈ ਗੱਲ ਨਹੀਂ। ਮੈਂ ਆਪਣੀ ਮੈਂ ਜਿਸ ਪ੍ਰੋਸੈਸ ਵਿੱਚ ਸਾਂ ਉਸੇ ਸਾਂ। ਮੈਂ ਪਤਾ ਕਿੱਦਾਂ ਲੱਗਣਾ ਸੀ, ਮੈਂ ਤਾਂ ਆਪਣਾ ਫੋਨ ਬੰਦ ਕੀਤੇ ਨੇ। ਜੀ ਜੀ ਠੀਕ ਹੈ ਜੀ। ਠੀਕ ਹੈ ਜੀ ਤੇ ਬਿਲਕੁਲ ਇਸ ਤਰ੍ਹਾਂ ਹੀ ਸੀ ਕਿ ਮੈਂ ਜਦੋਂ ਕਰ ਦਿੱਤਾ ਉਸ ਤੋਂ ਬਾਅਦ ਵਾਕਿਆ ਹੀ ਮੈਨੂੰ ਪਤਾ ਲੱਗਾ ਕਿ ਕੁਝ ਮਿੱਤਰਾਂ ਦੇ ਕੋਈ ਗਿਲੇ ਨੇ, ਕੋਈ ਸ਼ੰਕੇ ਨੇ, ਲੇਕਿਨ ਉਹ ਸਾਡਾ ਇੱਕ ਪਰਿਵਾਰ ਹੈ ਜੀ। ਹਾਂ ਬਿਲਕੁਲ ਹਾਂ, ਉਮਰਾਂ ਤੋਂ ਅਸੀਂ ਇਕੱਠੇ ਹਾਂ, ਕੋਈ ਗੱਲ ਨਹੀਂ, ਅਸੀਂ ਪਰਿਵਾਰ ਇੱਕ ਹੈ, ਇਕੱਠੇ ਹਾਂ, ਇਕੱਠੇ ਰਹਾਂਗੇ, ਕੋਈ ਗੱਲ। ਅਮਨ ਸਾਹਿਬ ਇੱਕ ਜਿਹੜੀ ਤੁਹਾਡੇ ਬਾਰੇ ਕਹੀ ਜਾਂਦੀ ਹੈ, ਯਾਨੀ ਮੈਂ ਤੁਹਾਡੇ ਬਾਰੇ ਇਕੱਲਿਆਂ ਬਾਰੇ ਨਹੀਂ ਕਹਿ ਰਿਹਾ, ਆਮ ਤੌਰ ਤੇ ਜਿਹੜੇ ਚਾਰੇ ਪੈਨਲ ਦੇ ਮੈਂਬਰਸ ਨੇ, ਪ੍ਰਮੋਦ ਕੁਮਾਰ ਜੋਸ਼ੀ ਹੋਏ, ਜਿਸ ਤਰ੍ਹਾਂ ਅਸ਼ੋਕ ਗੁਲਾਟੀ ਹੋਏ ਜਾਂ ਅਨਿਲ ਧਨਵਤ ਹੋਏ, ਤੁਹਾਡਾ ਵੀ ਉਦੋਂ ਬਿਲਕੁਲ ਨਾਮ ਸੀ, ਹੁਣ ਤਾਂ ਚਲੋ ਤੁਸੀਂ ਅਲੱਗ ਹੋ ਗਏ, ਕਿਤੇ ਨਾ ਕਿਤੇ ਵੀ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਪਹਿਲਾਂ ਵੀ ਖੜੇ ਲੇਖ ਲਿਖੇ ਨੇ, ਇੰਟਰਵਿਊਜ਼ ਦਿੱਤੀਆਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਉਹਨਾਂ ਨੇ ਜਿਸ ਤਰ੍ਹਾਂ ਵੀ ਇਹ ਉਹਨਾਂ ਦੇ ਆਪਣੇ, ਲੇਕਿਨ ਮੇਰਾ ਉਹਨਾਂ ਨਾਲ ਠੀਕ ਹੈ, ਦੇਖ ਉਹਨਾਂ ਦੇ ਆਉਂਦੇ ਨੇ, ਮੈਨੂੰ ਵੀ ਪਤਾ ਹੈ, ਕਿਉਂਕਿ ਅਸ਼ੋਕ ਗੁਲਾਟੀ ਰਿਨਾਊਂਡ ਐਗਰੀਕਲਚਰ ਇਕੋਨੋਮਿਸਟ ਨੇ, ਉਹਨਾਂ ਫਿਗਰ ਹੈ ਤੇ ਉਹਨਾਂ ਦੇ ਆਉਂਦੇ ਨੇ, ਬੜੀ ਦੇਰ ਤੋਂ ਪੜ੍ਹਦੇ ਆ ਉਹਨਾਂ ਦੇ। ਉਹਨਾਂ ਲੇਖਾਂ ਵਿੱਚੋਂ ਨੈਗੇਟਿਵ ਮੈਜ਼ਰਮੈਂਟ ਆਫ ਸਪੋਰਟ ਜਿਹੜੀ ਹੈ ਉਹ ਹਮੇਸ਼ਾ ਹੀ ਬੜੀ, ਜਦੋਂ ਮੈਂ ਰਾਜ ਸਭਾ 'ਚ ਸਾਂ ਉਦੋਂ ਇਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਆਈ ਕੁਡ ਡਿਗ ਆਊਟ ਕਿ ਇੰਡੀਅਨ ਫਾਰਮਰਸ ਦੇ ਉੱਤੇ ਜਿਹੜਾ ਇੱਕ ਸੀ ਕਿ ਇਹਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ। ਮੈਂ ਆਈ ਕੁਡ ਡਿਗ ਆਊਟ ਕਿ ਇੰਡੀਅਨ ਫਾਰਮਰਸ ਆਰ ਹਾਈਲੀ ਟੈਕਸਡ, ਔਰ ਉਹ ਟੈਕਸ ਜਿਹੜਾ ਹੈ ਉਹ ਉਸ ਵੇਲੇ ਇੱਕ ਸਾਲ ਦਾ 24,440 ਕਰੋੜ ਸੀ। ਉਸ ਵੇਲੇ ਇਹ 90s ਦੀ ਗੱਲ ਹੈ, ਜਿਹੜੀ ਕਿ ਫਿਰ ਅੱਗੇ ਜਦੋਂ ਇਹ ਗੱਲ ਅੱਗੇ ਵਧੀ
ਇਹ ਪਹਿਲੀ ਵਾਰੀ ਹੋਇਆ ਸੀ ਕਿ ਇੰਡੀਅਨ ਫਾਰਮਰਸ ਜਿਹੜੇ ਉਹ ਹਾਈਲੀ ਟੈਕਸ ਤੇ, ਔਰ ਟੈਕਸ ਦਾ ਜਿਹੜਾ ਤੁਸੀਂ ਮਤਲਬ ਇਹਨੂੰ ਟੈਕਸ ਨੂੰ ਮੇਰਾ ਖਿਆਲ ਹੈ ਪਰਸੈਂਟੇਜ ਵਾਈਜ਼ ਵੇਖਣਾ ਵੀ ਬੜਾ ਜ਼ਰੂਰੀ ਹੈ। ਜਿਹੜੀ ਹੈ ਨਾ ਐਗਰੀਕਲਚਰ ਪ੍ਰੋਡਕਸ਼ਨ ਉਹਦੀ ਪਰਸੈਂਟੇਜ ਦੇ ਹਿਸਾਬ ਨਾਲ ਇੰਨਾ ਹਾਈਲੀ ਟੈਕਸਡ ਹੈ, ਜਿਹੜਾ ਕਿ ਸ਼ਰਦ ਜੋਸ਼ੀ ਦੀ ਬਾਅਦ ਦੀ ਰਿਪੋਰਟ ਜਿਹੜੀ ਬਣੀ, ਜਿਹੜੀ ਉਸੇ ਦੇ ਆਧਾਰਿਤ ਸੀ, ਮਹਾਰਾਸ਼ਟਰ ਤੋਂ ਲੀਡਰ ਸੀ ਬੜੇ ਵੱਡੇ, ਜਿਹੜੀ ਉਸੇ ਮੇਰੇ ਫਾਊਂਡੇਸ਼ਨ ਤੋਂ ਆਧਾਰਿਤ ਸੀ, ਉਹਨੇ ਆਖਿਆ ਕਿ 3 ਲੱਖ ਕਰੋੜ ਰੁਪਈਆ ਹਰ ਸਾਲ ਕਿਸਾਨਾਂ ਦਾ ਇਹ ਜਿਹੜਾ ਟੈਕਸ ਹੈ। ਹੁਣ ਜਦੋਂ ਉਹਨੇ ਪਰਸੈਂਟੇਜ ਵਾਈਜ਼ ਕੀਤੀ ਤੇ 72% ਆਫ ਦੀ ਵੈਲਿਊ ਆਫ ਐਗਰੀਕਲਚਰ ਪ੍ਰੋਡਕਸ਼ਨ ਅਸੀਂ ਟੈਕਸ ਦੇ ਰਹੇ ਹਾਂ। ਬਿਲਕੁਲ। ਸੋ ਇਹ ਕਹਿਣਾ ਬੜਾ ਗਲਤ ਆ ਕਿ ਦੇਖੋ ਜੀ ਕਿਸਾਨ ਟੈਕਸ ਨਹੀਂ ਦਿੰਦਾ, ਸਬਸਿਡੀਜ਼ ਦਿੱਤੀਆਂ ਜਾਂਦੀਆਂ ਉਹਨਾਂ ਨੂੰ। ਮਾਨ ਸਾਹਿਬ ਇੱਕ ਚੀਜ਼ ਹੋਰ ਸਾਨੂੰ ਇਹ 'ਚ ਦੱਸੋ, ਜਿਵੇਂ ਮੈਂ ਤੁਹਾਡਾ ਕੱਲ ਲੈਟਰ ਵੀ ਰੈਜ਼ਿਗਨੇਸ਼ਨ ਪੜ੍ਹ ਰਿਹਾ ਸੀ, ਤੁਸੀਂ ਉਸ 'ਚ ਬੜੀ ਸਪਸ਼ਟ ਗੱਲ ਕੀਤੀ ਸੀ ਕਿ ਕਿਉਂਕਿ ਮੈਂ ਆਪ ਕਿਸਾਨੀ ਪਰਿਵਾਰ ਤੋਂ ਆਉਣਾ, ਮੇਰੇ ਸਾਰੇ ਫੋਰਫਾਦਰਸ ਉਹ ਕਿਸਾਨ ਰਹੇ ਨੇ, ਮੈਂ ਕਿਸਾਨਾਂ ਦੇ ਖਿਲਾਫ ਨਹੀਂ ਖੜਾ ਹੋ ਸਕਦਾ, ਮੈਂ ਕਿਸਾਨਾਂ ਦੇ ਨਾਲ ਮੈਨੂੰ ਪੂਰੀ ਹਮਦਰਦੀ ਆ। ਤੁਹਾਨੂੰ ਲੱਗਦਾ ਜੇ ਮੈਂ ਇਸ ਦਾ ਇੱਕ ਕਾਊਂਟਰ ਕੁਐਸਚਨ ਪੁੱਛਾਂ ਕਿ ਜੇ ਤੁਸੀਂ ਪੈਨਲ 'ਚ ਹੁੰਦੇ ਔਰ ਵਾਕਿਆ ਤੁਸੀਂ ਕਿਸਾਨਾਂ ਦੇ ਹਿੱਤ 'ਚ ਕੋਈ ਗੱਲ ਕਰਦੇ ਔਰ ਹੋ ਸਕਦਾ ਉਹ ਤਿੰਨੇ ਜਿਹੜੇ ਬਾਕੀ ਪੈਨਲਿਸਟ ਆ ਉਹਨਾਂ ਦੇ ਖਿਲਾਫ ਵੀ ਜਾਂਦੇ ਤਾਂ ਤੁਹਾਡਾ ਜਿਹੜਾ ਰੁਤਬਾ ਹੋਰ ਵੀ ਉੱਚਾ ਹੁੰਦਾ? ਮੈਨੂੰ ਲੱਗਦਾ ਹੈ ਭਈ ਜੇ ਮੇਰਾ ਐਜੀਟੇਟ ਕਰਨ ਵਾਲਾ ਪਰਿਵਾਰ ਇਹ ਸਮਝਦਾ ਵੀ ਅਸੀਂ ਇਹਨੂੰ ਯੂਟਿਲਾਈਜ਼ ਕਰ ਸਕਦੇ ਹਾਂ ਤੇ ਮੈਂ ਉਹਨਾਂ ਦਾ ਸਾਂ, ਉਹਨਾਂ ਲਈ ਹਾਂ। ਮੈਂ ਜੇ ਉਹ ਚਾਹੁੰਦੇ ਤੇ ਦੇਖੋ ਯੂਟਿਲਾਈਜ਼ ਮੀ, ਲੇਕਿਨ ਉਹਨਾਂ ਨੇ ਸ਼ਾਇਦ ਇਹ ਠੀਕ ਸਮਝਿਆ ਕਿ ਹੋਰ ਜਿਹੜੇ ਨੇ ਉਹਨਾਂ ਦੀ ਬਜਾਏ ਇਹਨੂੰ ਰਹਿਣ ਦੀਏ ਤੇ ਅਸੀਂ ਕਮੇਟੀ ਦੇ ਸਾਹਮਣੇ ਨਹੀਂ ਜਾਣਾ। ਤੇ ਇਹ ਉਹਨਾਂ ਦੀ ਜਿਹੜੀ ਹੈ ਵਧੀਆ ਸੋਚ ਨੇ, ਉਹਨਾਂ ਨੂੰ ਜਿਸ ਤਰ੍ਹਾਂ ਵੀ ਕੀਤਾ, ਉਹਨਾਂ ਨੇ ਜੋ ਫੈਸਲਾ ਲਿਆ ਉਹ ਠੀਕ ਹੈ, ਮੇਰੇ ਸਿਰ ਮੱਥੇ ਆ। ਇੱਕ ਮਾਨ ਸਾਹਿਬ ਸਾਨੂੰ ਇੱਕ ਚੀਜ਼ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਇਹ ਗੱਲ ਕਹੀ ਹੈ ਕਿ ਅਸੀਂ ਬਿਲਕੁਲ ਕਿਸਾਨੀ ਦੇ ਨਾਲ ਅਸੀਂ ਜੁੜੇ ਹਾਂ ਔਰ ਕਿਸਾਨਾਂ ਦੇ ਨਾਲ ਅਸੀਂ ਖੜੇ ਹਾਂ, ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਨਾਮ ਆਏ ਆ, ਮੈਂ ਇਹ ਜਾਣਨਾ ਸਾਰਿਆਂ ਲਈ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਸੁਪਰੀਮ ਕੋਰਟ ਨੇ ਜਿਹੜੇ ਤੁਹਾਡੇ ਨਾਮ ਆ ਉਹ ਕਿਸ ਤਰ੍ਹਾਂ ਸਾਰਿਆਂ ਦੇ ਜਿਹੜੇ ਆ ਉਹ ਸਿਲੈਕਟ ਕੀਤੇ ਆ? ਕੀ ਸੈਂਟਰ ਸਰਕਾਰ ਵੱਲੋਂ ਆਏ ਸੀ ਜਾਂ ਜਿਹੜੇ ਇਹ ਚਾਰੇ ਨਾਮ ਇਹ ਕਿੱਥੋਂ ਆਏ ਆ, ਉਹਨਾਂ ਕੋਲੇ ਕਿਸ ਤਰ੍ਹਾਂ ਗਏ ਨੇ? ਇਹਦੇ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ, ਨਾ ਮੈਨੂੰ ਜਾਣਕਾਰੀ ਹੈ ਸੱਚ ਮਾਨਿਆ 'ਚ, ਲੇਕਿਨ ਮੇਰਾ ਅੰਦਾਜ਼ਾ ਹੈ, ਮੈਂ ਅੰਦਾਜ਼ਾ ਤਾਂ ਕਰ ਹੀ ਸਕਦਾ ਜਿੱਦਾਂ ਹੋਰ ਕਈ ਹੁੰਦੇ ਨੇ, ਮੇਰਾ ਅੰਦਾਜ਼ਾ ਹੈ ਕਿ ਸਿਸਟਮ ਵਿੱਚ ਅਕਸਰ ਜਿਹੜੇ ਕਿਸਾਨਾਂ ਲਈ ਜਦੋਜਹਿਦ ਕਰਨ ਵਾਲਿਆਂ ਤੋਂ ਬੜੀ ਦੇਰ ਤੋਂ ਚੱਲੇ ਆ ਰਹੇ ਲੋਕ ਨੇ, ਉਹਨਾਂ 'ਚ ਸ਼ਾਇਦ ਸਿਸਟਮ 'ਚ ਮੇਰਾ ਵੀ ਕਿਤੇ ਨਾਂ ਹੋਏਗਾ। ਉਸ ਸਿਸਟਮ ਦੇ ਵਿੱਚੋਂ ਫਾਰਮਰਸ ਆਰਗੇਨਾਈਜੇਸ਼ਨ ਦੇ ਵਿੱਚੋਂ ਸ਼ਾਇਦ ਕਿਤੇ, ਲੇਕਿਨ ਇੱਕ ਗੱਲ ਮੈਨੂੰ ਮੇਰੇ ਜ਼ਿਹਨ 'ਚ ਹੈ ਕਿ ਇਹ ਸੁਪਰੀਮ ਕੋਰਟ ਦੀ ਆਪਣੀ ਉਹਨਾਂ ਨੇ ਕੋਈ ਸੋਚਿਆ ਹੋਏਗਾ ਕਿਹੜੇ ਉਹਨਾਂ 'ਚ ਉਹਨਾਂ ਨੇ ਕਿਹਨੂੰ ਚੁਣਿਆ, ਇਹ ਮੇਰਾ ਖਿਆਲ ਉਹਨਾਂ ਦਾ ਡੋਮੇਨ ਹੈ, ਉਹਨਾਂ ਨੇ ਕੀ ਕੀਤਾ ਹੋਏਗਾ, ਮੈਂ ਇਹਦੇ ਲਈ ਨਹੀਂ ਕਹਿ ਸਕਦਾ। ਇੱਕ ਮੈਂ ਮਾਨ ਸਾਹਿਬ ਤੁਹਾਡੇ ਤੋਂ ਹੋਰ ਕਲੈਰਿਟੀ ਲੈਣਾ ਚਾਹੁੰਦਾ, ਤੁਸੀਂ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਪਿਛੋਕੜ ਆ, ਤੁਸੀਂ ਬੀਜੇਪੀ ਦੇ ਕਈ ਕੈਂਡੀਡੇਟਸ ਨੂੰ ਸਪੋਰਟ ਵੀ ਕੀਤਾ, ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ, ਕਿਤੇ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੋ ਸਕਦਾ ਕਿਸਾਨ ਆਗੂਆਂ ਦੇ ਮਨ 'ਚ ਗਈ ਕਿ ਸ਼ਾਇਦ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹੇ ਹੋ ਸਕਦਾ ਹੈ ਕਿ ਜਿਹੜਾ ਹੈ ਉਹਨਾਂ ਦੇ ਜਿਹੜੀ ਰਿਪੋਰਟ ਆ, ਜਿਹੜੀ ਤੁਸੀਂ ਫਾਈਨਲ ਰਿਪੋਰਟ ਸੁਪਰੀਮ ਕੋਰਟ ਨੂੰ ਦਿਓ, ਉਹਨਾਂ ਦੇ ਖਿਲਾਫ ਜਾਏਗੀ, ਇਸ ਤਰ੍ਹਾਂ ਦਾ ਵੀ ਕੋਈ ਗੱਲ ਹੋ ਸਕਦਾ? ਦੇਖੋ ਐਪਰੀਹੈਂਸ਼ਨਸ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ, ਲੇਕਿਨ ਇਹ ਠੀਕ ਗੱਲ ਹੈ ਕਿ ਮੈਂ ਵੋਟਰ ਹੈਗਾ, ਇਸ ਦੇਸ਼ ਦਾ ਵੋਟਰ ਹਾਂ ਅਤੇ ਵੋਟ ਮੈਂ ਹਰ ਵੇ ਪਾਉਂਦਾ ਵੀ ਹਾਂ। ਇਹ ਵੀ ਠੀਕ ਗੱਲ ਹੈ ਕਿ ਸ਼ੁਰੂ ਵਿੱਚ ਜਦੋਂ ਹਾਲੀ ਬੀਜੇਪੀ ਨਹੀਂ ਸੀ, ਜਨਸੰਘ ਸੀ ਉਦੋਂ, ਮੈਨੂੰ ਪਤਾ ਜੀ, ਹਾਂ ਜਨਸੰਘ ਸੀ, ਉਦੋਂ ਵੀ ਪਤਾ ਨਹੀਂ ਕੀ, ਉਦੋਂ ਵੀ ਅਕਸਰ ਕੈਂਡੀਡੇਟਸ ਦੀ ਤੁਸੀਂ ਸਪੋਰਟ ਕਰਦੇ ਸੀ? ਕਰਦੀ ਕੀ, ਮਤਲਬ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਔਨ ਮੈਰਿਟਸ ਇੰਡੀਵਿਜੂਅਲ ਕੈਂਡੀਡੇਟਸ ਦੀ ਤੇ ਪਾਰਟੀਜ਼ ਦੀ ਉਹ ਮੈਰਿਟਸ ਦੇ ਉੱਤੇ ਕਰਕੇ ਹੀ ਕਰਦੇ ਹਾਂ। ਇਹ ਠੀਕ ਗੱਲ ਹੈ ਕਿ ਉਦੋਂ ਅਸੀਂ ਉਸ ਵੇਲੇ ਜਨਸੰਘ ਦੇ ਕੈਂਡੀਡੇਟ ਦੀ ਉੱਥੇ ਮਦਦ ਕੀਤੀ। ਇਹ ਵੀ ਠੀਕ ਗੱਲ ਹੈ
ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਸ ਵੇਲੇ ਅਸੀਂ ਕਾਂਗਰਸ ਦੇ ਬੜਾ ਵੱਡਾ ਸਟਾਲਵਰਟ ਸੀ ਉਹਦੇ ਵਿਰੋਧ ਕੀਤਾ ਔਰ ਉਹ ਹਰੇ ਤੇ ਇਹ ਠੀਕ ਗੱਲ ਹੈ। ਲੇਕਿਨ ਉਸ ਤੋਂ ਬਾਅਦ ਅਸੀਂ ਅਕਾਲੀਆਂ ਦੀ ਮਦਦ ਵੀ ਕੀਤੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਦੀ ਵੀ ਕੀਤੀ, ਉਸ ਤੋਂ ਬਾਅਦ ਅਸੀਂ ਕਾਂਗਰਸ ਦੀ ਵੀ ਕੀਤੀ। ਅਸੀਂ ਸਾਰਿਆਂ ਦੀ ਵਾਰੋ-ਵਾਰੀ ਕਰਦੇ ਹਾਂ, ਅੱਗੋਂ ਪਤਾ ਨਹੀਂ ਕਿੱਦਾਂ ਹਾਲਾਤ ਚੱਲਦੇ। ਜੀ ਮਾਨ ਸਾਹਿਬ, ਇੱਕ ਚੀਜ਼ ਮੈਂ ਹੋਰ ਦੇਖੀ ਹੈ ਕਿ ਕਈ ਕਿਸਾਨ ਆਗੂ ਜੋ ਸਾਡੀ ਗੱਲਬਾਤ ਹੋਈ ਜਾਂ ਕਿਸਾਨਾਂ ਦੇ ਵਿੱਚ ਵੀ ਤੁਹਾਡੇ ਇਸ ਅਸਤੀਫੇ ਨਾਲ ਤੁਹਾਡਾ ਇੱਕ ਰੁਤਬਾ ਬੜਾ ਹੁਣ ਵਧਿਆ ਹੈ, ਉਹਨਾਂ ਦੇ ਮਨ ਦੇ ਵਿੱਚ ਇੱਕ ਰਿਸਪੈਕਟ ਵਧੀ ਹੈ। ਤੁਹਾਡਾ ਆਉਣ ਵਾਲੇ ਦਿਨਾਂ 'ਚ ਕੋਈ ਇਰਾਦਾ ਹੈ ਕਿ ਤੁਸੀਂ ਵੀ ਜਾ ਕੇ ਸਿੰਘੂ ਬਾਰਡਰ ਤੇ ਜਾਓ, ਉਹਨਾਂ ਦੀ ਸਪੋਰਟ ਕਰੋ, ਜਾਂ ਤਿੱਕਰੀ ਬਾਰਡਰ ਜਾਂ ਕਿਤੇ ਵੀ ਜਾ ਕੇ ਇਸ ਫੋਰਮ ਤੇ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਜੁੜੋ ਕਿਸੇ ਵੀ ਢੰਗ ਨਾਲ? ਕੋਈ ਨਹੀਂ, ਮੈਨੂੰ ਕੋਈ ਐਸੀ ਗੱਲ ਨਹੀਂ ਵੀ ਮੈਂ ਉੱਥੇ ਜਾਣਾ ਨਹੀਂ ਜਾਂ ਮੈਂ ਅੱਗੇ। ਦੇਖੋ ਇੰਨੇ ਆ ਸਾਰੇ ਪਿਛਲੇ ਸਮੇਂ ਵਿੱਚ ਜਦੋਂ ਦੀ ਜਦੋਜਹਿਦ ਚੱਲਦੀ ਪਈ ਹੈ, ਮੈਂ ਬਿਲਕੁਲ ਇਸ ਕਰਕੇ ਕੋਈ ਕਮੈਂਟ ਕਰਨਾ ਜਾਂ ਕੋਈ ਕਰਨਾ ਜਾਂ ਕੋਈ ਠੀਕ ਨਹੀਂ ਸਮਝਿਆ ਵੀ ਬੜਾ ਡੈਲੀਕੇਟ ਇਸ਼ੂ ਹੈ। ਕੋਈ ਇੱਕ ਲਫ਼ਜ਼ ਕਿਤੇ ਇੱਧਰ ਉੱਧਰ ਆਖਿਆ ਆ ਉਹ ਉਹਦੇ ਹਿੱਤ 'ਚ ਨਹੀਂ ਜਾਏ, ਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਰੱਖਿਆ। ਮੈਂ ਬਿਲਕੁਲ ਜੋ ਹਿੱਤ 'ਚ ਹੋਏਗਾ ਉਹ ਮੈਂ ਕਰਨ ਨੂੰ ਹੋਵਾਂਗਾ ਤਿਆਰ ਹਾਂ। ਮੈਂ ਇੱਕ ਗੱਲ ਪੁੱਛੀ ਸੀ, ਬੜੇ ਸੀਨੀਅਰ ਲਾਇਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ RS ਬੈਂਸ, ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਕਿਹਾ ਜੀ ਕਈ ਨਾਮ ਪਹਿਲੀ ਵਾਰੀ ਜਦੋਂ ਸੁਪਰੀਮ ਕੋਰਟ 'ਚ ਸੁਣਵਾਈ ਹੁੰਦੀ ਹੈ 17 ਦਸੰਬਰ ਨੂੰ, ਤੇ ਨਾਮ ਆਇਆ ਸੀ P ਸਾਈਨਾਥ ਦਾ, ਜਸਟਿਸ ਲੋਢਾ ਦਾ, ਹੋਰ ਵੀ ਇਸ ਤਰ੍ਹਾਂ ਦੇ ਜਾਂ ਕਈ ਨਾਮ ਇੱਧਰੋਂ ਜਾਂਦੇ ਆ, ਦਵਿੰਦਰ ਸ਼ਰਮਾ ਦਾ। ਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਸੀ ਕਿ ਦੇਖੋ ਜੀ ਇਹ ਤਾਂ ਪਹਿਲਾਂ ਹੀ ਕਿਸਾਨਾਂ ਦੇ ਹੱਕ 'ਚ ਬੋਲਦੇ ਆ, ਤੇ ਜੇ ਉਹ ਵੀ ਪੈਨਲ ਆ ਜਾਂਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਉਹ ਵੀ ਇੱਕ ਬਾਇਸ ਲੱਗਦਾ। ਸਾਨੂੰ ਬਹੁਤ ਹੀ ਇੰਡੀਪੈਂਡੈਂਟ ਮਾਈਂਡਸ ਚਾਹੀਦੇ ਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬੈਂਸ ਸਾਹਿਬ ਬਹੁਤ ਸੀਜ਼ਨ ਤੇ ਬਹੁਤ ਵਧੀਆ, ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ। ਬੜੇ ਉਹ ਡੈਪਥ ਨਾਲ ਹਰ ਗੱਲ ਕਰਦੇ ਨੇ। ਮੈਂ ਉਹਨਾਂ ਦੀ ਇਸ ਡੈਪਥ ਨੂੰ ਵੀ ਰਿਸਪੈਕਟ ਕਰਦਾ, ਉਹਨਾਂ ਦੇ ਜਿਹੜੇ ਆਈਡੀਆਜ਼ ਨੇ ਉਹਨਾਂ ਦੀ ਵੀ ਰਿਸਪੈਕਟ ਕਰਦਾ। ਤੁਸੀਂ ਸਾਡੇ ਦਰਸ਼ਕਾਂ ਲਈ ਕੋਈ ਆਪਣੇ ਵੱਲੋਂ ਕੋਈ ਗੱਲ ਕਹਿਣਾ ਚਾਹੋ ਜੀ? ਇਹੋ ਹੀ ਹੈ ਕਿ ਮੈਂ ਵੀ ਕਰਦਾ, ਆਪਾਂ ਸਾਰੇ ਕਰੀਏ, ਅਰਦਾਸ ਵੀ ਕਰੀਏ ਕਿ ਇਹ ਸੰਘਰਸ਼ ਜਿਹੜਾ ਉਹ ਛੇਤੀ ਚਰਮ ਸੀਮਾ 'ਤੇ ਜਾ ਕੇ ਤੇ ਇਹ ਠੀਕ ਹੋਵੇ, ਸਫਲ ਹੋਵੇ। ਕਿਸਾਨ ਤੇ ਸਰਕਾਰ ਤੇ ਸਰਕਾਰਾਂ, ਮੇਰੀ ਇੱਕ ਸਰਕਾਰ ਨਹੀਂ, ਦੇਖੋ ਸਾਰੇ ਆਲੇ ਦੁਆਲੇ ਦੀਆਂ ਸਰਕਾਰਾਂ, ਸਾਰੇ ਦੇਸ਼ ਦੀਆਂ ਸਰਕਾਰਾਂ, ਉਹਨਾਂ ਨੂੰ ਇਹਦੇ ਵਿੱਚ ਯੋਗਦਾਨ ਪਾ ਕੇ ਤੇ ਇਹ ਜਿਹੜਾ ਸਿਸਟਮ ਹੈ ਜਿਹੜਾ ਹਾਲੀ ਤੱਕ ਦਾ ਐਗਰੀਕਲਚਰ ਸਕੁਈਜ਼ ਦੇ ਉੱਤੇ ਟਿਕਿਆ ਹੋਇਆ, ਉਹਨੂੰ ਠੀਕ ਕਰਨ ਵੱਲ ਕੁਝ ਕਦਮ ਵਧਾਉਣ। ਮੇਰਾ ਇੱਕ ਸਵਾਲ ਹੋਰ ਸੀ, ਮੇਰੇ ਬੜੇ ਜ਼ਿਹਨ 'ਚ ਆਇਆ ਬੈਠੇ ਬੈਠੇ। ਤੁਸੀਂ ਦੱਸਿਆ ਕਿ ਮੇਰੀ ਭਾਵਨਾਵਾਂ ਨਾਲ ਜਦੋਂ ਮੈਨੂੰ ਕਿਹਾ ਤੇ ਮੈਨੂੰ ਲੱਗਾ ਕਿ ਕਿਤੇ ਨਾ ਕਿਤੇ ਮੈਨੂੰ ਇਹ ਫੈਸਲਾ ਲੈਣਾ ਚਾਹੀਦਾ। ਇੱਕ ਬੜਾ ਪਰਸਨਲ ਜਿਹਾ ਸਵਾਲ ਹੈ, ਤੁਹਾਡੇ ਪਰਿਵਾਰ ਦਾ, ਤੁਹਾਡੇ ਰਿਸ਼ਤੇਦਾਰਾਂ ਦਾ, ਫੈਮਲੀਜ਼ ਦਾ, ਫਰੈਂਡਸ ਦਾ, ਉਹਨਾਂ ਦਾ ਕਿੰਨਾ ਕੁ ਪ੍ਰੈਸ਼ਰ ਸੀ ਜੋ ਤੁਹਾਡੀ ਰੈਜ਼ਿਗਨੇਸ਼ਨ ਦੇ? ਨਹੀਂ, ਕਿਸੇ ਦਾ ਨਹੀਂ, ਕੋਈ ਪ੍ਰੈਸ਼ਰ ਨਹੀਂ, ਪ੍ਰੈਸ਼ਰ ਬਿਲਕੁਲ ਹੀ ਨਹੀਂ। ਦੇਖੋ ਇਹ ਮਿਕਸ ਸੀ ਇਸ ਤਰ੍ਹਾਂ ਕਿ ਬੜੇ ਲੋਕਾਂ ਨੇ ਮੈਨੂੰ ਮੁਬਾਰਕਾਂ ਦਿੱਤੀਆਂ, ਜਿਨ੍ਹਾਂ ਮੁਬਾਰਕਾਂ ਦਿੱਤੀਆਂ ਉਹਨਾਂ ਕਮਾਲ ਮੁਬਾਰਕਾਂ ਦਿੱਤੀਆਂ ਪਈ ਇਹ ਤੇਰੇ ਤੇ ਬੜੀ ਵੱਡੀ ਜ਼ਿੰਮੇਵਾਰੀ ਔਰ ਤੈਨੂੰ ਇਹ ਕੀਤਾ। ਦੂਜਿਆਂ ਨੇ, ਕਈਆਂ ਨੇ ਇਹ ਵੀ ਆਖਿਆ ਭਈ ਇਹ ਜ਼ਿੰਮੇਵਾਰੀ ਬੜੀ ਵੱਡੀ ਆ। ਲੇਕਿਨ ਉਹ ਗੱਲ ਨਹੀਂ ਹੈਗੀ। ਪਰਿਵਾਰ ਮੇਰਾ ਜਿਹੜਾ ਹੈ, ਅਸੀਂ ਦੇਖੋ ਮੈਂ ਖੇਤੀ ਕਰਦਾ ਸ਼ੁਰੂ ਤੋਂ, ਮੈਂ ਖੇਤੀ ਦੇ ਵਿੱਚ ਅੱਜ ਵੀ ਖੇਤੀ ਕਰਦਾ ਔਰ ਖੇਤੀ ਹੀ ਕਰਦਾ। ਤੇ ਕਿਸਾਨ ਹੋਣ ਦੇ ਨਾਤੇ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਖੇਤੀ ਲੰਘਦੀ ਪਈ ਹੈ ਉਹਨਾਂ 'ਚੋਂ ਮੈਂ ਵੀ ਲੰਘਦਾ ਪਿਆ। ਮੈਂ ਚਾਹੁੰਦਾ ਕਿ ਇਹ ਮੁਸ਼ਕਲਾਂ ਜਿਹੜੀਆਂ ਨੇ ਇਹ ਮੈਕਰੋ ਲੈਵਲ 'ਤੇ ਨਹੀਂ, ਮਾਈਕਰੋ ਲੈਵਲ 'ਤੇ ਹੱਲ ਹੋਣੀਆਂ ਚਾਹੀਦੀਆਂ ਨੇ, ਉੱਚਲੇ ਲੈਵਲ 'ਤੇ ਹੱਲ ਹੋਣੀਆਂ ਚਾਹੀਦੀਆਂ ਨੇ। ਔਰ ਉਹ ਹੋਣ ਲਈ ਸਿਸਟਮ ਵਿੱਚ ਕਾਫੀ ਸੁਧਾਰਾਂ ਦੀ ਲੋੜ ਹੈ। ਮੈਨੂੰ ਲੱਗਦਾ ਵੀ ਹੋਣਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਨ ਸਾਹਿਬ, ਤੁਸੀਂ ਦੇਸ਼ ਪ੍ਰਦੇਸ਼ ਨਾਲ ਗੱਲ ਕੀਤੀ ਜੀ। ਸੋ ਦੋਸਤੋ, ਇਹ ਸਨ ਭੁਪਿੰਦਰ ਸਿੰਘ ਮਾਨ, ਜਿਹੜੇ ਸਾਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਜਦੋਂ ਉਹ ਪਹਿਲਾਂ ਤੋਂ ਉਹਨਾਂ ਨੇ ਮਨ ਬਣਾ ਰੱਖਿਆ ਸੀ ਕਿ ਜੇ ਉਹਨਾਂ ਦਾ ਨਾਮ ਆਉਂਦਾ ਤਾਂ ਉਹ ਇਸ ਪੈਨਲ ਨਾਲ ਨਹੀਂ ਜੁੜਨਗੇ। ਇਹ ਉਹਨਾਂ ਨੇ ਕੋਈ ਇੱਕੋਦਮ ਫੈਸਲਾ ਨਹੀਂ ਲਿੱਤਾ, ਉਹਨਾਂ ਨੇ ਆਲਰੇਡੀ ਇਸ ਬਾਰੇ ਮਨ ਬਣਾ ਚੁੱਕਾ ਸੀ। ਬਾਕੀ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ
ਉਹਨਾਂ ਦਾ ਪਰਿਵਾਰ, ਉਹਨਾਂ ਦਾ ਪਿਛੋਕੜ ਕਿਸਾਨੀ ਨਾਲ ਜੁੜਿਆ ਹੋਇਆ ਤੇ ਉਹ ਆਪ ਕਿਸਾਨ ਨੇ ਤੇ ਉਹ ਕਿਸਾਨਾਂ ਦੇ ਅਗੇਂਸਟ ਜਾਂ ਕਿਸਾਨਾਂ ਦੇ ਵਿਰੁੱਧ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਗੇ ਜਿਸ ਦਾ ਕਿਸਾਨੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਦਾ ਹਿੱਤ ਨਾ ਹੋਵੇ ਜਾਂ ਕਿਸਾਨੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚੇ। ਤੁਸੀਂ ਵੇਖਦੇ ਰਹੋ ਦੇਸ਼ ਪ੍ਰਦੇਸ਼ ਟੀਵੀ।